जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाडा प्रीतम सतगुरु जिस डिठे सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छोह प्राप्त इतिहासक अस्थान गुरुद्वारा बंगला साहब जी की यात्रा करदे हां। जुगो जुग अटल छतर चवर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रसना पवित्र कर दे एक बार सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कर तारण आए श्री गुरु नानक देव महाराज जी का है। प्रसंग है भगत रूह का। काग पसुंड ऋषि भगत प्रहलाद इन्हां दी कथा आपां पहला सरवण कीती है। भगत रूह 5 साल का बालक है। मतरई मां ने पिता की गोदी विचों जिन्हां दा नां सी राजा उतानपाद बांह तो पकड़ के खिंच के उठा दिता गया। नाल ये बोल कह दिते गए कि तू लायक नहीं है कि इस राजे की गोदी विच बह सके, क्योंकि तैनू मेरी सौंतन ने जन्म दिता है, मेरी सौंकन ने। जे तू चाहना है कि इस राजे की गोदी विच बैठा ते राज भागदा मैं मालक भी बना, फिर तैनू अपना ये शरीर त्याग के मेरी कुख तो जन्म लेना होएगा, फिर तू ये सब किश दा अधिकारी हो सकता है। बच्चे ने जाके मां नू पुछया। मतरेई मां का नां सुरीची सी, जननी मां का नां सुनीता सी। अज दी मां हुंदी कुछ पाड़े पुठे होर पढ़ाउंदी, पर वो सतयुगी मां सी। कहन लगी पुत्र गल तां मेरी सौंकन ने ठीक आखी है, क्योंकि मैं दासी तां नहीं हाँ भावें, पर भागहीन जरूर हाँ।
ਰਾਜੇ ਨਾਲ ਵਿਆਹ ਕਰਾ ਕੇ ਰਾਜ ਮਹਿਲਾਂ ਵਿੱਚ ਰਹਿ ਕੇ ਵੀ ਮੈਨੂੰ ਉਹ ਹੱਕ ਹਕੂਕ ਹਾਸਲ ਨਹੀਂ ਹੈਗੇ। ਅੱਜ ਦੀ ਤਰੀਕ ਵਿੱਚ ਵੀ ਹਿੰਦੁਸਤਾਨ 'ਚ ਕਈ ਮੰਤਰੀ ਐਸੇ ਨੇ ਜਿਨ੍ਹਾਂ ਦੇ ਕੋਲ ਸਿਰਫ ਗੱਡੀ ਤੇ ਮੰਤਰਾਲਾ ਹੈ, ਕੰਮਕਾਰ ਕੋਈ ਨਹੀਂ ਹੈ। ਇਹ ਬੜੀਆਂ ਥਾਵਾਂ ਤੇ ਜ਼ਿੰਦਗੀ 'ਚ ਤੁਸੀਂ ਇਹਨਾਂ ਚੀਜ਼ਾਂ ਨੂੰ ਵੇਖੋਗੇ। ਔਰ ਇਹ ਰਾਣੀ ਸੁਨੀਤੀ ਨੇ ਆਖਿਆ ਕਿ ਪੁੱਤਰ ਇਹ ਸਭ ਕੁਝ ਭਗਤੀ ਤੋਂ ਮਿਲਦਾ ਹੈ। ਜ਼ਰੂਰ ਮੇਰੀ ਭਗਤੀ ਵਿੱਚ ਕੋਈ ਫਰਕ ਰਹਿ ਗਿਆ ਹੈ। ਭਗਤ ਰੂਪ ਭਗਤੀ ਕਰਨ ਚਲਾ ਗਿਆ। ਕੱਲ ਅਸੀਂ ਉਹਨਾਂ ਦੀ ਭਗਤੀ ਦੀ ਕਥਾ ਸੁਣੀ ਹੈ ਕਿ ਕਿਵੇਂ ਪਹਿਲਾਂ ਉਹਨਾਂ ਨੇ ਹਰ ਤੀਜੇ ਦਿਨ ਫਲ ਖਾਣਾ, ਫਿਰ ਉਹਨਾਂ ਨੇ ਹੌਲੀ ਹੌਲੀ ਫਲ ਛੱਡ ਕੇ ਡਾਲੀਆਂ ਪੱਤੇ ਖਾ ਕੇ ਗੁਜ਼ਾਰਾ ਕਰਨਾ ਸ਼ੁਰੂ ਕੀਤਾ। ਫਿਰ ਸੁੱਕੇ ਪੱਤੇ ਖਾ ਕੇ ਗੁਜ਼ਾਰਾ ਕਰਨਾ ਸ਼ੁਰੂ ਕੀਤਾ। ਫਿਰ ਕੇਵਲ ਪਾਣੀ ਪੀ ਕੇ ਗੁਜ਼ਾਰਾ ਕਰਨਾ ਸ਼ੁਰੂ ਕੀਤਾ। ਫਿਰ ਪਾਣੀ ਵੀ ਛੱਡ ਦਿੱਤਾ, ਪੌਣ ਆਹਾਰੀ ਹੋ ਗਏ। ਅਖੀਰ ਪਰਮਾਤਮਾ ਆ ਕੇ ਪ੍ਰਗਟ ਹੋਇਆ। ਇਹਨਾਂ ਨੇ ਪਰਮਾਤਮਾ ਦੇ ਚਰਨਾਂ ਤੇ ਮੱਥਾ ਟੇਕਿਆ। ਇਹ ਚਾਹੁੰਦੇ ਨੇ ਪਰਮਾਤਮਾ ਦੀ ਸਿਫਤ ਕਰਨਾ, ਪਰ ਉਮਰ ਛੋਟੀ ਹੈ, ਸ਼ਬਦਾਵਲੀ ਕੋਲ ਕੋਈ ਨਹੀਂ ਹੈ। ਸ਼੍ਰੀ ਹਰਿ ਜਾਣ ਗਏ ਉਰ ਤਾਹਾ, ਕਹਿੰਦੇ ਰੱਬ ਨੇ ਸਮਝ ਲਿਆ ਵੀ ਇਹ ਕੁਝ ਗੱਲਾਂ ਮੇਰੇ ਨਾਲ ਕਰਨੀਆਂ ਚਾਹੁੰਦਾ, ਪਰ ਇਹਦੇ ਕੋਲੇ ਅੱਖਰ ਨਹੀਂ, ਇਬਾਰਤ ਨਹੀਂ ਹੈ, ਸ਼ਬਦਾਵਲੀ ਨਹੀਂ ਹੈ। ਨਿਜ ਕਰ ਸੰਖ ਤਵੇ ਮੁਖ ਛਾਵਾ, ਤਤ ਛਿਨ ਉਜਲ ਮਤ ਹਵੈ ਆਈ, ਈਸ਼ਵਰ ਜੀਵ ਗਿਆਨ ਸਭ ਪਾਈ। ਉਸੇ ਵੇਲੇ ਮਤ ਉਜਲ ਹੋ ਗਈ। ਰੱਬ ਦਾ ਤੇ ਜੀਵ ਦਾ ਗਿਆਨ ਜਿਹੜਾ ਸੀ ਉਹ ਹਾਸਲ ਹੋ ਗਿਆ। ਸਾਡੇ 'ਚ ਤਾਂ ਅਸੀਂ ਸਮੇਤ ਮੇਰੇ ਆਪਾਂ ਸਾਰੇ ਹੀ ਹੈ, ਸਾਨੂੰ ਆਪਣੇ ਬਾਰੇ ਨਹੀਂ ਪਤਾ। ਜਿਵੇਂ ਸਾਈਂ ਬੁੱਲੇ ਸ਼ਾਹ ਕਹਿੰਦੇ ਸੀ, ਬੁੱਲਿਆ ਕੀ ਜਾਣਾ ਮੈਂ ਕੌਣ, ਮੈਨੂੰ ਤੇ ਹੀ ਨਹੀਂ ਪਤਾ ਮੈਂ ਕੌਣ ਆ, ਪਰ ਸੱਚ ਕੀ ਹੈ? ਸੱਚ ਹੈ ਵੀ ਤੂੰ ਮੇਰੇ ਤੋਂ ਪੁੱਛ ਲਓ ਕਿ ਬੰਬੇ ਦਾ ਕਿਹੜਾ ਐਕਟਰ ਕਿਹੜੀ ਸਟੇਟ ਦਾ ਹੈ, ਉਹਦੀ ਸ਼ਾਦੀ ਕਿਹਦੇ ਨਾਲ ਹੋਈ ਹੈ, ਕਿੰਨੇ ਡਾਈਵੋਰਸ ਹੋਏ ਨੇ ਉਹਦੇ, ਕਿੰਨੀਆਂ ਫਿਲਮਾਂ ਉਹਦੀਆਂ ਰਿਲੀਜ਼ ਹੋਈਆਂ ਨੇ। ਪਿੰਡ ਦਾ ਪੁੱਛ ਲਓ ਮੈਨੂੰ, ਕਿਹਦਾ ਮੁੰਡਾ ਕੀ ਕਰਦਾ, ਕਿਹਦੀ ਧੀ ਕੀ ਕਰਦੀ ਹੈ, ਉਹਨਾਂ ਦੇ ਕਰਜ਼ਾ ਕਿੰਨਾ ਹੈ, ਉਹਨਾਂ ਦੀ ਜ਼ਮੀਨ ਕਿੰਨੀ ਹੈ। ਅਸੀਂ ਤੇ ਪਟਵਾਰੀ ਵਾਲਾ ਕੰਮ ਹੈ ਵੀ ਸਾਰੇ ਪਿੰਡ ਦਾ ਹੀ ਸ਼ਿਸ਼ਰਾ ਚੁੱਕੀ ਫਿਰਦੇ ਆ। ਇੱਕ ਪਟਵਾਰੀਆਂ ਕੋਲ ਨਾ ਇੱਕ ਚਾਦਰ ਜੀ ਹੁੰਦੀ ਹੈ, ਉਹਨੂੰ ਸ਼ਿਸ਼ਰਾ ਕਹਿੰਦੇ ਨੇ, ਵੀ ਸਾਰਿਆਂ ਦੀ ਜ਼ਮੀਨ ਮਿਣ ਕੇ ਬੈਠੇ ਹੋਏ ਆ, ਕਿੰਨੇ ਕਿੱਲੇ, ਕਿੰਨੀਆਂ ਕਨਾਲਾਂ, ਕਿੰਨੇ ਮਰਲੇ, ਅਸੀਂ ਸਭ ਸਰਸਾਈਆਂ ਮਿਣ ਕੇ ਬੈਠੇ ਹੋਏ ਆ ਲੋਕਾਂ ਦੀਆਂ। ਲੋਕਾਂ ਦਾ ਗਿਆਨ ਬਹੁਤ ਹੈ, ਆਪਣਾ ਪਤਾ ਹੀ ਨਹੀਂ ਕਿ ਮੈਂ ਕੌਣ ਆ। ਕਿ ਆਪਾਂ ਨੂੰ ਆਪਣੇ ਬਾਰੇ ਪਤਾ ਹੈ ਵੀ ਆਪਾਂ ਕਿੰਨੇ ਸਵਾਸ ਹੋਰ ਲੈਣੇ ਨੇ, ਦੂਜੇ ਬਾਰੇ ਰੋਜ਼ ਹੀ ਕਹਿ ਦਿੰਦੇ ਹੋ ਹੁਣ ਤੇ ਜੀ ਇਹਦੀਆਂ ਜੀ ਕਬਰਾਂ 'ਚ ਲੱਤਾਂ ਨੇ, ਵੀ ਕੀ ਪਤਾ ਤੇਰੀਆਂ ਪਹਿਲਾਂ ਪੈਣੀਆਂ ਨੇ ਕਿਹਦੀਆਂ ਪੈਣੀਆਂ ਨੇ। ਕੁਛ ਨਹੀਂ ਕਿਹਾ ਜਾ ਸਕਦਾ। ਹੁਣ ਇਸ ਭਗਤ ਧਰੂ ਨੂੰ ਈਸ਼ਵਰ ਦਾ, ਜੀਵ ਦਾ, ਆਤਮਾ ਦਾ ਗਿਆਨ ਹਾਸਲ ਹੋ ਗਿਆ। ਹਾਂਜੀ। ਵਰਣਨ ਕਰਨ ਲੱਗਾ ਗੁਣ ਰੂਰੇ, ਭਗਤ ਭਾਉ ਉਰ ਰਹਿਓ ਸਪੂਰੇ। ਹੁਣ ਇਹਨੇ ਰੱਬ ਦੇ ਸੁੰਦਰ ਗੁਣ ਗਾਉਣੇ ਸ਼ੁਰੂ ਕੀਤੇ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਗੁਣ ਰੱਬ ਦੇ ਗਾਉਣੇ ਚਾਹੀਦੇ ਨੇ।
पर आप सारा दिन पहला अपने गाई जाने आ, मुड़ के अपनियां दे गाई जाने आ, ते जां फिर बगानियां दी निंदिया करी जाने आ। इन्हां तीन चीज़ां तो चौथा काम सानू नहीं आउंदा। पाठ की गल कहो तो फिर पुछ लैणगे ज्ञानी जी सुखमनी का पाठ किन्नी भेटा लओगे, तू की करेंगा बई। अज भी एक सज्जन पूछ रहा सी, ज्ञानी जी बह के खंड पाठ है सुनना लाजमी है। मैं कहा जी कोई लाजमी नहीं है, तुहाडी मौज है, पर मर्यादा तो यही है भी जे पाठ तुसी कर नहीं सकते। हुण साडे च बहुतिआं नूं इक्को ही बहाना है जी सानू तां जी गुरमुखी नहीं आउंदी, असी पाठ नहीं कर सकते। भी कर नहीं सकते, सुन सकते हो। वो चला गया ना एक अनपढ़ आदमी अपने पुत्र नूं लैके मंत्री दे घर चला गया, ते मंत्री सीगा ट्रांसपोर्ट दा। वो कहंदा जी मेरे पुत नूं नौकरी लाओ, असीं तो तुहानूं वोटां ही बड़ियां पाईआं ने, 3 महीने तुहाडी इलैक्शन च जिंदाबाद कीती है। हुण सियासी आदमियां दा तुहानूं पता ही है, उन्हें चुक्या फोन ते अपने सैकटरी नूं करता, कहंदा भी आ बंदा आ रहा, इहनूं नौकरी ला दिओ। हुण सैकटरी सरकारी अफसर हुंदा है, IAS अफसर हुंदे ने। उन्हें पुछया भी काका तेरी पढ़ाई की है? कहंदा जी कुछ नहीं, 2-4 जमातां पढ़िया सी। उन्हें कहा जी नहीं इदां नौकरी नहीं मिलती, नौकरी नहीं कोई मिनीमम पढ़ाई तो हुंदी है ना। वो अनपढ़ जिमींदार फिर वापस चला गया मंत्री कोले, कहंदा भी जदों तेरी अफसर सुनदे ही नहीं ते काहदा मंत्री है तू। हुण मंत्री जिहड़ा सी आपे तो कपड़ियां तो बाहर हो गया, उन्हें चढ़ गया राशन पानी लैके। सैकटरी मैं तेनों कहा इहनूं नौकरी ला दिओ। कहंदा सर कित्थे ला दईए, गड्डी इहनूं चलाउणी नहीं आउंदी, लाइसेंस इहदे कोले नहीं है, पढ़िया लिखिया ये नहीं है, टिकटां कट नहीं सकदा। कहता कट नहीं सकता, पाड़ तो सकता, चक्कर ला दो इनू। वो गल करो भी आप नहीं पढ़ सकते तो सानू बाणी सुननी भी नहीं आती। भला ये किहड़ा पाठ है जिहड़ा असीं नवां पढ़ लिया है? तुहानूं बाणी पढ़नी नहीं आती ये गल मन्नी जा सकती, पर तुहानूं सुननी भी नहीं आती, हुण ये कौन मन्नेगा? सुन लो, प्रभु की कीर्ति ही एकमात्र तरीका है। मैं रोज बेनती करदा बच जाओ, ज्योतिषियां तो बच जाओ, तांत्रिक लोकां तो बच जाओ, कर्म कांडियां तो बच जाओ, अपने बच्चों नूं बचा लो। एक बारी तुसीं इन्हां दे चक्कर च फस गए, मुड़ के नहीं निकलदे। मैं इत्थे बैठ के ये गल बहुत बारी सुनाई है कि एक बजुर्ग हुण तो चले गए दुनिया तो, वो अपने घर विच बाबे वडभाग सिंह की गद्दी लाउंदे हुंदे सी। बड़े वड्डे जिमींदार भी सी, वो कई 100 किल्लियां दे मालक सी। वो मेरा उन्हां नाल संपर्क होया, मैं अमृत छकिया होया सी। मैनू कहंदे पुत्र तू बड़े चंगे रस्ते ते पै गया, साडे वल वेख, जे असी नहीं दीवा जगाउंदे नहीं गद्दी लाउंदे तो मझां मर जांदियां ने। किन्नुआं दे बाग सी बड़े, उन्हां दे मलोट कोले फल नहीं लगदा बाग नूं। कहंदा इस चक्कर च जिहड़ा पै गया मुड़ के निकलेगा नहीं। हो ये तुहानूं ना कदे भाई मंझ की कथा सुननी चाहिए है। भाई मंझ जिहड़ा सी वो सखी सरवर नूं मनदा सी। तरन ताਰਨ दे कोल एक शेख फतेह दी दरगाह है, एक सखी सरवर दी भी है। उस कबर नूं मनदा सी वो, पर जदों उन्होंने गुरु अर्जन साहब दे दर्शन होए उन्हें छड्ड दित्ती। जदों छड्ड दित्ती सारियां मझां मर गईयां ओहदियां, घर खाली हो गया। तो पिंड वालियां ने उन्होंने चौधरी बनाया सी, उन्होंने चौधरपुणा खोलिया।
क्योंकि वो सखी सरवर की खुंडी भी गल में पा के रखता सी। ये तुसी मत सोचो भी मड़ियां मसाणियां ते मत्था टेक लिया ते तां की होया। ये जिहड़े भूत प्रेत ने, तुसीं सुनिया कदे कई बंदियां नूं असीं कहने भी इत्थे भूत प्रेत है। भूत प्रेत का मतलब हुंदा भी जे मन्नोगे तो ठीक है, नहीं मन्नोगे तो पुट्ठा करके सुट्टणगे तुहानूं। इदां दे बंदे भूत प्रेत हुंदे ने। आपां की कहने, ये तो बंदा देवता है जी। देवते का की मतलब है भी तुसीं इहदी सेवा करोगे तां भी कोई नहीं, नहीं करोगे तां भी कोई नहीं। इन्हें किहड़ा तुहानूं कुछ कहना है। जिन्हें तुहाडा विगाड़ नहीं करना वो देवता है, तो जिहड़ा तुहाडीआं मंजियां मुद्दियां मारेगा वो भूत प्रेत है। मैं तो हैरान हाँ भी साडे बजुर्गों की व्याख्या किड्डी सोहनी सी। ये ज्ञान तुहानूं किताबां चों किते नहीं मिलना। भुल के भी इस रस्ते नहीं जे जाना, भुल के भी। जिहड़े लोग इन्हां लोकां नाल तुरे ने, ये लोग फिर तुहानूं वापस नहीं आउण दिंदे। जिहड़े क्रिमिनल लोग ने, तुसीं 4 दिन उन्हां नाल तुर लो, तुसीं जिद्दन कहा मैं वापस मुड़ना उदन ही गोली मार देणगे तुहानूं, क्योंकि उन्होंने पता ये भेत खोलेगा साडा। जिहड़े बहुत वड्डे गैंगस्टर ने, अगर उन्हां दी पुलिस नाल मुठभेड़ हो जाए तो जे पुलिस दो वो जख्मी हो जाण तो उन्होंने 2 ही ऑप्शन होंदियां, जां तो अपना बंदा चुक के लै जाते हैं, तो जे ना चुक सके तो 2 गोलियां अपनियां भी तुहानूं दे जाणगे, तुहाडे सिर 'च गोली मारनगे भी जूं दा पुलिस दे हत्थ नहीं होना चाहिए, नहीं तो साडा तो पाजो घेड़ देगा। इहो जे बंदे भूत प्रेत हुंदे ने। बचो इन्हां तो। जिथे तुसीं आए हो पता है किहड़ा थां है? सतगुर सबना दा भला मनाए। गुरु अर्जन साहब तत्ती तवी ते बैठे, कोई शराब सुनिया तुसी? आख्या चंदू तेनू कीड़े पैणगे, चंदू तेरे बच्चे मरनगे, तेरी कुल नाश होएगी। सुनिया कदे तुसी? ना। सगों तत्ती तवी ते बैठ के की किया? कहंदे तेरा किया मीठा ला। ये गल ध्रुव की मां ने ध्रुव नूं कही सी। जे परसों की कथा तुहानूं चेते होवे तां आख्या सी पुत्र दुख ते सुख रब दिंदा है, बंदा कौन हुंदा है देण वाला? मैं तो अज भी कहना, चंदू की की हिम्मत है कि मेरे पातशाह नूं तवी ते बिठा देवे? उहदी हिम्मत है? एडा वड्डा सी चंदू कि गुरु साहब नूं तत्ती तवी ते बिठा दिंदा। बहुत नीच आदमी सी वो। कौन कौन सीगा? ते गुरु अर्जन साहब कौन सीगे? प्रतख हार। वो चाहते धरती पुठी कर सकते सी, नहीं की उन्होंने। सतगुर है ही वो जिहड़ा सारियां दा भला मनाउंदा है। धीर मल ने गोलियां चलवाइयां गुरु तेग बहादुर ते, नहीं आख्या धीर मल तेरा सत्यानाश, आख्या भले धीर मल, भले धीर मल। देवते वो हुंदे ने जिहड़े तुहाडा नुकसान नहीं करते, ते भूत प्रेत वो हुंदे ने जिहड़े तुहानूं जिउंदा भी नहीं छड्डणगे। इहो जिहे बंदिआं नाल 4 दिन तुर के मुड़ के पिछे हट के वेखिओ तुसीं, हटण देणगे तुहानूं ना। चलो सारे छड्डो तुसीं। जिहड़े बच्चे पैसे दे के अमरीका गए ने उन्होंने पुछो बच्चे जिन्ने पुत्र तुसीं तुरे सी उन्ने बंदे पहुँच गए? कहणगे नहीं। किधर गए? कहते जिहड़ा साडे चो नहीं अफ्रीका के जंगलों चो तुर सकिया उन्होंने वो जिहड़े डौंके सी कहते उन्होंने गोली मारती। मैं कहूँ तुहानूं इत्थे बैठ के झूठ नहीं कह रहा, पुछ लेना, क्योंकि आपां तो अमरीका वालियां दी कमाई का ही ध्यान धरदे, बाकी ध्यान तो आपां धरदे ही नहीं। उन्हों की चैनी किन्ने तोलियां दी है, उन्हों का परफ्यूम किहड़ा है, उन्हों की जैकेट किहड़ा ब्रांड है, असी ये कमाई का ही ध्यान धरते हैं। जी मैक्सीको की कंध टप्पी वह तो कदे ध्यान ही नहीं धरिया सी। किन्ने बच्चे राह च गोलियां खा के मर गए, कदे उन्हों का ध्यान धरिया सी?
ਇਸ ਕਰਕੇ ਮਾੜੇ ਬੰਦੇ ਨਾਲ ਨਾ ਤੁਰੋ, ਮਾੜੀ ਸੰਗਤ ਨਾ ਕਰੋ, ਮਾੜੀ ਥਾਂ ਤੇ ਨਾ ਜਾਓ। ਇਹਨਾਂ ਨੇ ਤੁਹਾਨੂੰ ਮੁੜ ਕੇ ਵਾਪਸ ਨਹੀਂ ਜੇ ਆਉਣ ਦੇਣਾ। ਭਗਤ ਧਰੂ ਦੀ ਮਾਂ ਨੇ ਕਿਹਾ ਸੀ, ਪੁੱਤਰ ਕੌਣ ਹੁੰਦਾ ਹੈ ਕੋਈ ਦੁੱਖ ਤੇ ਸੁੱਖ ਦੇਣ ਵਾਲਾ? ਦੁੱਖ ਸੁੱਖ ਦੇਣਾ ਤੇ ਰੱਬ ਦੀ ਮਰਜ਼ੀ ਹੈ। ਰੱਬ ਚਾਹੇ ਤੇ ਤੁਹਾਨੂੰ ਬਿਨਾਂ ਸੰਤਾਨ ਤੋਂ ਵੀ ਸੁੱਖ ਮਿਲ ਸਕਦਾ ਹੈ। ਰੱਬ ਨਾ ਚਾਹੇ ਤੇ ਬੱਚੇ ਵੀ ਸੁੱਖ ਨਹੀਂ ਦੇਣਗੇ। ਇਹ ਆਪਣੇ ਭਾਗ ਨੇ ਤੁਹਾਡੇ। ਭਗਤ ਧਰੂ ਜਿਹੜਾ ਸੀ ਉਹਨੇ ਹੁਣ ਰੱਬ ਦੀ ਕੀਰਤੀ ਕਰਨੀ ਸ਼ੁਰੂ ਕੀਤੀ। ਕੀਰਤੀ ਕਰਨੀ ਰੱਬ ਦੀ ਚਾਹੀਦੀ ਹੈ। ਕਹੋ ਨਾਨਕ ਕਰਤੇ ਕੀਆਂ ਬਾਤਾਂ। ਤੇ ਸਾਡੀਆਂ ਗੱਲਾਂ ਕਿਹੜੀਆਂ ਹੁੰਦੀਆਂ? ਇੱਕ ਕਾਂ ਹੁੰਦਾ ਸੀ, ਇੱਕ ਚਿੜੀ ਹੁੰਦੀ ਸੀ, ਉਹਨਾਂ ਦੀ ਦੋਸਤੀ। ਅਸੀਂ ਤੇ ਬਾਤਾਂ ਪਾਉਨੇ ਕਾਵਾਂ ਚਿੜੀਆਂ ਦੀਆਂ। ਗੱਲੀ ਗੱਲਾਂ ਸਿਰਜਣਹਾਰ। ਜੇ ਗੱਲਾਂ ਹੀ ਕਰਨੀਆਂ ਤੇ ਰੱਬ ਦੀਆਂ ਕਰੋ, ਬਾਤਾਂ ਪਾਉਣੀਆਂ ਤੇ ਰੱਬ ਦੀਆਂ ਪਾਓ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਜੇ ਗੀਤ ਹੀ ਗਾਉਣੇ ਨੇ ਤਾਂ ਫਿਰ ਸੋਹਿਲਾ ਉਸ ਵਾਹਿਗੁਰੂ ਦਾ ਗਾਵੋ। ਤਿਤ ਘਰ ਗਾਵੋ ਸੋਹਿਲਾ, ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਜਿਤ ਸੋਹਿਲੈ ਸਦਾ ਸੁਖ ਹੋਏ। ਗਾਓ ਉਹ ਸੋਹਿਲਾ ਗਾਓ, ਖਾਓ ਗੀਤ ਗਾਓ ਕਦੇ, ਉਹ ਘੋੜੀਆਂ ਗਾਓ ਕਦੇ। ਅੱਜ ਭਗਤ ਧਰੂ ਨੇ ਰੱਬ ਦੇ ਗੁਣ ਗਾਉਣੇ ਸ਼ੁਰੂ ਕੀਤੇ। ਭਗਤ ਭਾਓ ਉਰ ਰਹਿਓ ਸਪੂਰੇ। ਇਹ ਉਹ ਭਗਤ ਹੈ ਜਿਹਦੇ ਅੰਦਰ ਭਗਤੀ ਜਿਹੜੀ ਸੀ ਭਰੀ ਹੋਈ ਸੀ, ਸੰਪੂਰਨ ਸੀ। ਹਾਂਜੀ। ਬੰਦੋਂ ਪਦ ਅਰਬਿੰਦ ਬਹੋਰੀ, ਜਿਨ ਕਰੁਣਾ ਅਸਮਤ ਭੀ ਮੋਰੀ। ਹੇ ਪ੍ਰਭੂ, ਮੈਂ ਤੇਰੇ ਚਰਨਾਂ ਤੇ ਮੱਥਾ ਟੇਕਦਾ, ਇਹ ਤੇਰੀ ਕਿਰਪਾ ਹੋਈ ਹੈ। ਨਹੀਂ ਤੇ 5 ਸਾਲ ਦੇ ਬੱਚੇ ਨੂੰ ਇਹ ਮੱਤ ਥੋੜਾ ਹੁੰਦੀ ਹੈ ਕਿ ਭਗਤੀ ਕਰਨੀ ਹੈ। 5 ਸਾਲ ਦੇ ਬੱਚੇ ਨੂੰ ਤਾਂ ਤੁਸੀਂ ਪੜ੍ਹਨ ਦੀ ਅਕਲ ਵੀ ਦਿਓ ਤੇ ਉਹ ਕਹਿੰਦਾ ਵੀ ਨਹੀਂ, ਖੇਡਣ ਦੀ ਉਮਰ ਹੈ। 5 ਸਾਲ ਦੇ ਬੱਚੇ ਨੂੰ ਆਪਣਾ ਵਿਵੇਕ ਨਹੀਂ ਹੁੰਦਾ। ਅੱਜ ਵੀ ਤੁਸੀਂ ਵੇਖੋ, ਪੂਰੇ ਵਰਲਡ ਵਾਈਡ ਚਲੇ ਜਾਓ, 18 ਸਾਲ ਤੋਂ ਥੱਲੇ ਬਿਲਕੁਲ ਗੌਰਮੈਂਟ ਨਹੀਂ ਮੰਨਦੀ ਕਿ ਬੱਚਾ ਕੋਈ ਸੈਲਫ, ਕੋਈ ਆਪਣੇ ਆਪ ਕੋਈ ਡਿਸੀਜਨ ਲੈ ਸਕਦਾ ਹੈ। ਜਿਹੜੇ ਬੱਚਿਆਂ ਨੂੰ ਬਾਹਰਲੇ ਮੁਲਕਾਂ 'ਚ ਗੌਰਮੈਂਟ ਲੈ ਜਾਂਦੀ ਹੈ, ਮਾਂ ਪਿਓ ਦੀ ਨਲਾਇਕੀ ਕਰਕੇ ਜਾਂ ਮਾਂ ਪਿਓ ਦੇ ਝਗੜੇ ਲੜਾਈ ਕਰਕੇ, ਜਾਂ ਜਿਹੜੇ ਬੱਚੇ ਮਾਂ ਪਿਓ ਦੇ ਡਾਈਵੋਰਸ ਕਰਕੇ ਕਦੇ ਇੱਧਰ ਭਟਕਦੇ ਰਹਿੰਦੇ ਨੇ। 18 ਸਾਲ ਦੀ ਜਦੋਂ ਉਮਰ ਹੁੰਦੀ ਉਦੋਂ ਜੱਜ ਪੁੱਛਦਾ ਵੀ ਹੁਣ ਤੂੰ ਦੱਸ, ਤੂੰ ਆਪਣੀ ਮੌਮ ਨਾਲ ਜਾਣਾ ਹੈ ਕਿ ਡੈਡ ਨਾਲ ਜਾਣਾ ਹੈ। ਲਾਇਸੈਂਸ ਵੀ ਉਦੋਂ ਮਿਲਦੇ ਨੇ, ਅਕਾਊਂਟ ਵੀ ਉਦੋਂ ਹੀ ਖੁੱਲ੍ਹਦੇ ਨੇ, ਵੋਟ ਵੀ ਉਦੋਂ ਹੀ ਬਣਦੀ ਹੈ। 18 ਸਾਲ ਤੱਕ ਨਹੀਂ ਮੰਨਿਆ ਜਾਂਦਾ ਕਿ ਬੱਚੇ ਦਾ ਆਪਣਾ ਵੀ ਕੋਈ ਵਿਵੇਕ ਹੈਗਾ। ਪਰ ਇਹ ਤੇ ਛੋਟਾ ਜਿਹਾ 5 ਸਾਲ ਦਾ ਸੀ। ਆਖਿਆ ਪ੍ਰਮਾਤਮਾ ਤੇਰੀ ਕਿਰਪਾ ਹੋਈ ਕਿ ਮੈਨੂੰ ਭਗਤੀ ਦੀ ਮੱਤ ਮਿਲੀ। ਨਹੀਂ ਤੇ 5 ਸਾਲ ਦਾ ਬੱਚਾ ਭਗਤੀ ਥੋੜਾ ਕਰਦਾ। ਤਾਂ ਹੀ ਤੇ ਨਾਰਦ ਰੋਕਦਾ ਸੀ ਇਹਨਾਂ ਨੂੰ। ਹਾਂਜੀ। ਰਮਾ ਨਿਵਾਸ ਈਸ ਭਗਵੰਤਾ, ਅੰਤਰ ਜਾਮੀ ਸਰਬ ਅਨੰਤਾ। हे ਲక్ష్ਮੀ ਦੇ ਪਤੀ, हे ਈਸ਼ਵਰ, हे ਭਗਵੰਤ, हे ਅੰਤਰਜਾਮੀ, ਐ ਪ੍ਰਮਾਤਮਾ ਤੂੰ ਅਨੰਤ ਹੈ। ਹੁਣ ਰੱਬ ਦੇ ਗੁਣ ਗਾਉਣੇ ਸ਼ੁਰੂ ਕੀਤੇ। ਇਹ ਜਿਹੜਾ ਮੂਲ ਮੰਤਰ ਹੈ ਨਾ, ਇਹਦੇ ਇਹ ਝਗੜੇ 'ਚ ਨਾ ਪਵੋ ਵੀ ਇਹ ਲੰਬਾ ਕਿੰਨਾ ਹੈ। ਕਦੇ ਇਸ ਪਾਸੇ ਤੁਰ ਜਾਓ ਵੀ ਮੂਲ ਮੰਤਰ ਹੈ ਕੀ ਹੈ। ਮੂਲ ਮੰਤਰ ਹੈ ਇੱਕ ਓੰਕਾਰ, ਰੱਬ ਇੱਕ ਹੈ। ਸਤਨਾਮ, ਉਹਦਾ ਨਾਂ ਸੱਚਾ ਹੈ। ਉਹਦੇ ਤੋਂ ਇਹਨੂੰ ਦੂਜੇ ਅਰਥ ਵੀ ਕਰ ਲੈਣਾ, ਉਹਦੇ ਤੋਂ ਬਿਨਾ ਕਿਸੇ ਹੋਰ ਦਾ ਨਾਂ ਸੱਚਾ ਨਾ ਹੈ ਨਾ ਹੋ ਸਕਦਾ ਹੈ। ਕਰਤਾ ਪੁਰਖ, ਕਰਤਾ ਵੀ ਉਹ ਹੈ, ਕੋਈ ਹੋਰ ਕਰਤਾ ਹੋ ਹੀ ਨਹੀਂ ਸਕਦਾ। ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਉਹ ਜਿਹੜੀਆਂ ਘਰ 'ਚ ਫੋਟੋਆਂ ਨੇ ਨਾ, ਉਦੋਂ ਹੀ ਵਿਹਲੀਆਂ ਹੋ ਜਾਣਗੀਆਂ। ਜਿੱਦਣ ਤੁਸੀਂ ਕਰਤਾ ਪੁਰਖ ਪੜ੍ਹ ਲਿਆ ਨਾ,
ਫਿਰ ਉਹ ਉਵੇਂ ਹੀ ਕਵਾਂਗੇ ਜਿਵੇਂ ਆਹ ਫੋਟੋ ਕਿਹਦੀ ਹੈ, ਇਹ ਮੇਰੇ ਦਾਦਾ ਜੀ ਦੀ ਹੈ, ਇਹ ਫੋਟੋ ਇਹ ਮੇਰੇ ਫਾਦਰ ਸਾਹਿਬ ਦੀ ਹੈ, ਇਹ ਫੋਟੋ ਇਹ ਮੇਰੀ ਮਦਰ ਦੀ ਹੈ, ਇਹ ਫੋਟੋ ਇਹ ਇੱਕ ਬਾਬਾ ਜੀ ਹੁੰਦੇ ਸੀ ਬੜੀ ਭਗਤੀ ਕਰਦੇ ਸੀ, ਇਹ ਇਦਾਂ ਹੋ ਜਾਏਗਾ। ਤੇ ਹੁਣ ਇਹ ਫੋਟੋ ਬਸ ਫੋਟੋ ਨਹੀਂ ਜੀ, ਇਹ ਤੇ ਬਾਬਾ ਜੀ ਦੀ ਕਿਰਪਾ ਹੈ। ਵੀ ਇਹ ਬਾਬਾ ਤੁਹਾਨੂੰ ਕੀ ਦੇ ਦੂਗਾ? ਝਗੜੇ ਤੁਸੀਂ ਮੂਲ ਮੰਤਰ ਦੇ ਪਾ ਕੇ ਬੈਠੇ ਹੋਏ ਹੋ। ਕਰਤਾ ਪੁਰਖ ਇੱਕੋ ਹੀ ਹੈ, ਕੋਈ ਬਾਬਾ ਤੁਹਾਨੂੰ ਨਹੀਂ ਦੇ ਸਕਦਾ। ਤੁਹਾਡੇ ਫਾਦਰ ਜਿੰਨਾ ਕੋਈ ਸਤਿਕਾਰਯੋਗ ਹੋ ਸਕਦਾ ਹੈ, ਦਾਦੇ ਜਿੰਨਾ ਹੋ ਸਕਦਾ ਹੈ, ਮਾਂ ਜਿੰਨਾ ਹੋ ਸਕਦਾ ਹੈ, ਵੱਡੇ ਭਰਾ ਜਿੰਨਾ ਹੋ ਸਕਦਾ ਹੈ, ਪਰ ਦੇਣ ਵਾਲਾ ਕੁਝ ਨਹੀਂ ਹੋ ਸਕਦਾ। ਕਿਸੇ ਦਾ ਆਦਰ ਮਾਣ ਕਰਨਾ ਗੁਨਾਹ ਥੋੜਾ ਹੈ, ਕੋਈ ਵੱਡੇ ਦੀ ਇੱਜ਼ਤ ਕਰਨਾ ਕੋਈ ਪਾਪ ਹੈ। ਪਰ ਵੱਡੇ ਨੂੰ ਹੀ ਸਮਝ ਲੈਣਾ ਵੀ ਇਹ ਹੀ ਸਭ ਕੁਝ ਹੈ, ਰੱਬ ਉਹ ਨਹੀਂ ਹੈ। ਬਿਨ ਕਰਤਾਰ ਨਾ ਕਿਰਤਮ ਮਾਨੋ, ਰੱਬ ਤੋਂ ਬਿਨਾ ਕਿਸੇ ਕਿਰਤਮ ਦੀ ਪੂਜਾ ਨਹੀਂ ਕਰਨੀ। ਕਿ ਇੱਜ਼ਤ ਆਪਾਂ ਆਪਣੇ ਪ੍ਰੋਫੈਸਰ ਦੀ ਨਹੀਂ ਕਰਦੇ, ਆਪਣੇ ਮਾਸਟਰ ਦੀ ਨਹੀਂ ਕਰਦੇ, ਕਿ ਪਿੰਡ ਦੇ ਪਟਵਾਰੀ ਦੀ ਨਹੀਂ ਕਰਦੇ, ਕਿ ਇੱਕ ਪੁਲਿਸ ਅਫਸਰ ਉਹਦੀ ਨਹੀਂ ਕਰਦੇ। ਉਹਨੂੰ ਵੀ ਕਹੀਦਾ ਹੈ ਸਰ ਥੈਂਕ ਯੂ, ਤੁਸੀਂ ਮੇਰਾ ਕੰਮ ਕਰ ਦਿੱਤਾ, ਪਰ ਉਹਨੂੰ ਰੱਬ ਤੇ ਨਹੀਂ ਮੰਨੀਦਾ ਨਾ। ਆਦਰ ਸਨਮਾਨ ਸਭ ਦਾ ਕਰੋ। ਆਖਿਆ ਹੈ ਪਰਮਾਤਮਾ ਤੂੰ ਅਨੰਤ ਹੈ। ਹਾਂਜੀ, ਜੜ ਜੰਗਮ ਮੈਂ ਵਿਆਪਕ ਸਾਰੇ, ਰਚੋ ਆਪ ਪੁਨ ਰਹੋ ਨਿਰਾਰੇ। ਜੜ ਦੇ ਵਿੱਚ ਜੰਗਮ ਦੇ ਵਿੱਚ ਤੂੰ ਵਿਆਪਕ ਹੈ, ਸਾਰਿਆਂ ਦੀ ਰਚਨਾ ਤੂੰ ਕੀਤੀ ਹੈ, ਪਰ ਸਾਰਿਆਂ ਤੋਂ ਵੱਖਰਾ ਹੈ। ਤੂੰ ਕਰਤਾ ਵੀ ਹੈ, ਤੂੰ ਪੁਰਖ ਵੀ ਹੈ, ਪਰ ਤੂੰ ਨਿਰਲੇਪ ਵੀ ਹੈ, ਤੂੰ ਨਿਰਾਰਾ ਵੀ ਹੈ, ਤੂੰ ਇਹਨਾਂ ਤੋਂ ਵੱਖਰਾ ਵੀ ਹੈ। ਤੂੰ ਆਪਣੀ ਕਿਰਤ ਵਿੱਚ ਵੀ ਹੈਗਾ ਤੇ ਕਿਰਤ ਤੋਂ ਵੱਖਰਾ ਵੀ ਹੈਗਾ। ਹਾਂਜੀ, ਜੇ ਨ ਭਜੈ ਤਬ ਚਰਨ ਗੁਸਾਈ, ਜਾਏ ਨਰਕ ਮਹਿ ਸੰਕਟ ਪਾਈ। ਪਰਮਾਤਮਾ ਜਿਹੜੇ ਤੇਰੀ ਭਗਤੀ ਨਹੀਂ ਕਰਨਗੇ ਉਹ ਸੰਕਟ ਵਿੱਚ ਜਾਣਗੇ, ਉਹ ਨਰਕ ਭੋਗਣਗੇ। ਹਾਂਜੀ, ਜੇ ਚਰਨਾਰ ਬਿੰਦ ਰਸ ਪੀਨੇ, ਆਪਣੋ ਮਨ ਮਲਿੰਦ ਸਮ ਕੀਨੇ। ਜਿਹੜੇ ਤੁਹਾਡੇ ਕਮਲ ਰੂਪੀ ਚਰਨਾਂ ਦੇ ਭੌਰੇ ਬਣ ਗਏ, ਜਿਨ੍ਹਾਂ ਨੇ ਆਪਣਾ ਮਨ ਭੌਰਾ ਬਣਾ ਲਿਆ, ਜਿਹੜੇ ਤੁਹਾਡੇ ਉਸ ਮਕਰੰਦ ਦਾ ਰਸ ਮਾਣਦੇ ਨੇ। ਹਾਂਜੀ, ਸੋ ਸੁਖ ਪਾਵੈ ਅਮਿਤ ਵਿਸਾਲਾ, ਕਬ ਨ ਪਰੈ ਤਿਨ ਪਰ ਜਮ ਜਾਲਾ। ਉਹ ਅਮਿਤ ਸੁਖ ਪਾਉਂਦੇ ਨੇ, ਉਹਨਾਂ ਦੇ ਸੁਖ ਨੂੰ ਮਿਣਿਆ ਤੋਲਿਆ ਨਹੀਂ ਜਾ ਸਕਦਾ। ਰੱਬ ਦੇ ਭਗਤ ਦੀਆਂ ਸੁੱਖਾਂ ਗਿਣੀਆਂ ਨਹੀਂ ਜਾ ਸਕਦੀਆਂ। ਅਮੀਰ ਆਦਮੀ ਦੀਆਂ ਚੀਜ਼ਾਂ ਗਿਣੀਆਂ ਜਾ ਸਕਦੀਆਂ ਨੇ, ਆਪਾਂ ਨਹੀਂ ਗਿਣਾਂਗੇ ਤੇ ਇਨਕਮ ਟੈਕਸ ਵਾਲੇ ਗਿਣ ਲੈਣਗੇ। ਕਦੇ ਇੱਥੋਂ ਬਚ ਗਈਆਂ, ਤੀੜੀ ਦਾ ਜਿੱਦਣ ਕਿਤੇ ਰੇਡ ਪੈ ਗਿਆ ਉਹਨਾਂ ਗਿਣ ਦੇਣੀਆਂ ਨੇ। ਉਹਨਾਂ ਨੇ ਤੇ ਕੋਠੀ ਦੀ ਮਿਣਤੀ ਵੀ ਕਰ ਦੇਣੀ ਉਸ ਦਿਨ। ਉਹ ਇੰਚੀ ਟੇਪ ਨਾਲ ਹੀ ਲੈ ਕੇ ਆਉਂਦੇ ਨੇ, ਫਿਰ ਉਹ ਸਾਰੇ ਸੋਰਸ ਕੱਢ ਲੈਣੇ ਤੁਹਾਡੇ ਇਨਕਮ ਦੇ ਕਿਹੜੇ ਕਿਹੜੇ ਨੇ। ਤੁਹਾਡੇ ਰਿਸ਼ਤੇਦਾਰਾਂ ਦੀਆਂ ਵੀ ਕਰ ਲੈਣੀਆਂ, ਤੁਹਾਡੇ ਨੌਕਰਾਂ ਦੀ ਵੀ ਪ੍ਰਾਪਰਟੀ ਲੱਭ ਲੈਣੀ ਉਹਨਾਂ ਨੇ, ਜਿਹਨੂੰ ਬੇਨਾਮੀ ਜਾਇਦਾਦ ਕਹਿੰਦੇ ਨੇ, ਉਹਨਾਂ ਉਹ ਵੀ ਕੱਢ ਲੈਣੀ ਹੈ ਵੀ ਉੱਥੇ ਉੱਥੇ ਵੀ ਤੁਹਾਡੀਆਂ ਜ਼ਮੀਨਾਂ ਹੈਗੀਆਂ ਨੇ। ਅਮੀਰ ਆਦਮੀ ਦੀ ਗਿਣਤੀ ਮਿਣਤੀ ਹੋ ਸਕਦੀ, ਰੱਬ ਦੇ ਭਗਤ ਦੀ ਨਹੀਂ ਹੋ ਸਕਦੀ। ਕਿਉਂਕਿ ਨਾਨਕ ਭਗਤਾਂ ਸਦਾ ਵਿਗਾਸ, ਖੇੜਾ ਹੀ ਖੇੜਾ ਹੈ, ਖੁਸ਼ੀ ਖੁਸ਼ੀ ਹੈ, ਆਨੰਦ ਹੀ ਆਨੰਦ ਹੈ। ਜਿਹੜੇ ਰੱਬ ਦੇ ਭਗਤ ਨੇ ਪਰਮਾਤਮਾ, ਉਹਨਾਂ ਦੇ ਸੁਖ ਅਮਿਤ ਨੇ, ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਉਹਨਾਂ ਦੀ ਗਿਣਤੀ ਮਿਣਤੀ ਨਹੀਂ ਹੋ ਸਕਦੀ, ਤੇ ਉਹਨਾਂ ਨੂੰ ਕਦੇ ਜਮਾਂ ਦੇ ਜਾਲ ਨਹੀਂ ਪੈ ਸਕਦੇ, ਉਹ ਜਮਾਂ ਦੀਆਂ ਫਾਹੀਆਂ ਵਿੱਚ ਨਹੀਂ ਆਉਂਦੇ। ਹਾਂਜੀ, ਬਿਨਾ ਪਰਿਆਸ ਤਰੈ ਸੰਸਾਰੂ, ਅਪਰ ਉਤਾਰੇ ਨਿਜ ਸਿੰਗਾਰੂ। ਉਹ ਬਿਨਾ ਪ੍ਰਯਾਸ ਸੰਸਾਰ ਤਰਦੇ ਨੇ, ਉਹਨਾਂ ਨੂੰ ਯਤਨ ਨਹੀਂ ਕਰਨਾ ਪੈਂਦਾ, ਉਹ ਆਪਣੇ ਆਪ ਸੰਸਾਰ ਦੀ ਇਹ ਨਦੀ ਟੱਪ ਜਾਂਦੇ ਨੇ, ਪਾਰ ਕਰ ਜਾਂਦੇ ਨੇ, ਤਰ ਜਾਂਦੇ ਨੇ।
ਅਪਰ ਉਧਾਰੈ ਨਿਜ ਸੰਘਾਰੂ। ਕੇਵਲ ਤਰਦੇ ਨਹੀਂ, ਮੰਨੈ ਤਰੈ ਤਾਰੇ ਗੁਰਸਿੱਖ। ਉਹ ਤਰਦੇ ਵੀ ਨੇ, ਤਾਰਦੇ ਵੀ ਨੇ। ਜਿਹੜੇ ਉਹਨਾਂ ਨਾਲ ਜੁੜ ਜਾਂਦੇ ਨੇ ਉਹ ਵੀ ਇਸ ਭਵ ਸਾਗਰ ਤੋਂ ਤਰ ਜਾਂਦੇ ਨੇ। ਤਿਨ ਕੋ ਮੋਹੈ ਦੇਹੋ ਸਤ ਸੰਗਾ, ਤਵ ਗੁਣ ਸੁਣੋ ਗਾਏ ਸੋ ਉਮੰਗਾ। ਭਗਤ ਰੂ ਕਹਿਣ ਲੱਗਾ, ਰੱਬਾ ਮੈਨੂੰ ਉਹਨਾਂ ਦਾ ਸਤ ਸੰਗ ਦੇ, ਮੈਨੂੰ ਉਹਨਾਂ ਦੀ ਸੰਗਤ ਦੇ, ਮੈਂ ਉਹਨਾਂ ਦੇ ਨਾਲ ਬੈਠ ਕੇ ਗੁਣ ਗਾਵਾਂ ਵੀ ਤੇ ਗੁਣ ਸੁਣਾ ਵੀ। ਕਿਉਂਕਿ ਰੱਬ ਦੇ ਪਿਆਰਿਆਂ ਦੇ ਵਿੱਚ ਕੀ ਹੋਏਗਾ, ਜਾਂ ਤੁਸੀਂ ਬੋਲੋਗੇ ਜਾਂ ਸੁਣੋਗੇ। ਕੀ ਹੋ ਸਕਦਾ ਜਿਹੜਾ ਰੱਬ ਦੇ ਗੁਣ ਗਾਏਗਾ, ਬਾਕੀ ਤਾਂ ਅਗਲਾ ਸ਼ੁਰੂ ਕਰ ਲਏਗਾ ਵੀ ਸਾਡੀਆਂ ਤੇ ਜੀ ਘੋੜੀਆਂ ਹੁੰਦੀਆਂ ਸੀ ਪਾਕਿਸਤਾਨ 'ਚ, ਵੀ ਪੁੱਛੋ ਵੀ ਹੁਣ ਆਪਾਂ ਉਹਨਾਂ ਨੂੰ ਛੋਲੇ ਪਾਉਣ ਜਾਣੇ ਨੇ। ਮਤਲਬ ਹਟਦੇ ਹੀ ਨਹੀਂ ਅਸੀਂ। ਇਹੀ ਹਾਲ ਸਾਧੂਆਂ ਸੰਤਾਂ ਦਾ ਹੈ। ਇਹ ਜਿੰਨੇ ਤਿਆਗੀ ਸੰਨਿਆਸੀ ਬ੍ਰਹਮਚਾਰੀ ਨੇ ਨਾ, ਤੁਸੀਂ ਇਹਨਾਂ ਦੇ ਕੋਲ ਕਿਤੇ ਬਹਿ ਜਾਓ, ਇਹ ਸਾਰੀ ਪਿਛਲੀ ਵਹੀ ਖਾਤਾ ਉਹ ਕਾਪੀ ਪੈਨ ਨਾਲ ਹੀ ਚੁੱਕੀ ਫਿਰਦੇ ਨੇ। ਸਾਰੀਆਂ ਪਿਛਲੀਆਂ ਗਿਣਤੀਆਂ ਮਿਣਤੀਆਂ ਤੁਹਾਨੂੰ ਰੋਜ਼ ਸੁਣਾਉਣਗੇ। ਤਾਂ ਹੀ ਕਹਿੰਦੇ ਨਾ ਵੀ ਦੋ ਸੰਨਿਆਸੀ ਆਪਸ ਵਿੱਚ ਲੜ ਪਏ ਤੇ ਲੜੇ ਇੱਕ ਦੂਜੇ ਨੂੰ ਕਹਿੰਦੇ, ਓਏ ਬੂਬਣਿਆ ਮੈਂ ਤੇ ਭਰਿਆ ਘਰ ਛੱਡ ਕੇ ਆਇਆ, ਤੂੰ ਕੀ ਛੱਡ ਕੇ ਆਇਆ? ਉਹ ਕਹਿੰਦਾ ਚਲੋ ਮੈਂ ਤੇ ਕੁਛ ਨਹੀਂ ਛੱਡ ਕੇ ਆਇਆ, ਤੂੰ ਕੀ ਛੱਡ ਕੇ ਆਇਆ? ਵਹੀ ਖਾਤਾ ਦੇ ਨਾਲ ਹੀ ਚੁੱਕੀ ਫਿਰਦਾ, ਛੱਡਿਆ ਕੀ ਹੈ? ਇਸੇ ਕਰਕੇ ਸਾਡੀ ਪਾਠ ਪੂਜਾ, ਸਾਡਾ ਦਾਨ ਪੁੰਨ ਕਦੇ ਫਲੀਭੂਤ ਨਹੀਂ ਹੁੰਦਾ, ਕਿਉਂਕਿ ਅਸੀਂ ਉਹ ਸਾਰਾ ਕੁਝ ਹਿਸਾਬ ਕਿਤਾਬ ਨਾਲ ਹੀ ਚੁੱਕੀ ਫਿਰਦੇ ਰਹਿੰਦੇ ਆ। ਹਾਂਜੀ। ਅਹੈ ਮਨੀਖਾ ਜੋ ਮਨ ਜੇਤੀ, ਵਰਣਨ ਕਰੋ ਸੁਕੀਰਤ ਤੇਤੀ। ਹੇ ਪ੍ਰਮਾਤਮਾ, ਤੂੰ ਜਿੰਨੀ ਮੈਨੂੰ ਮਨ ਬੁੱਧੀ ਦੇਵੇਂ, ਮੈਂ ਦਿਨ ਰਾਤ ਤੇਰੀ ਕੀਰਤੀ ਕਰਾਂ, ਤੇਰੀ ਉਸਤਤ ਕਰਾਂ, ਤੇਰੇ ਗੁਣਾਂ ਦਾ ਗੁਣਾਨਵਾਦ ਕਰਾਂ। ਹਾਂਜੀ। ਬ੍ਰਹਮ ਏਕ ਤੂੰ ਸਭ ਹਿਨ ਮਾਹੀ, ਸੂਤ ਅਧਾਰ ਮਨਕ ਜਿਉ ਆਹੀ। ਤੂੰ ਇੱਕ ਰੱਬ ਹੈ ਤੇ ਸਾਰਿਆਂ ਦਾ ਆਸਰਾ ਹੈ। ਕਿਵੇਂ? ਕਹਿੰਦੇ ਜਿਵੇਂ ਇੱਕ ਸੂਤਰ ਸਾਰੇ ਮਣਕਿਆਂ ਮੋਤੀਆਂ ਦਾ ਆਸਰਾ ਹੁੰਦਾ ਹੈ। ਮਾਲਾ ਹੈ ਨਾ, ਹੁਣ ਉਸ ਮਾਲਾ ਦੇ ਵਿੱਚ ਜਿਹੜੇ ਭਾਵੇਂ ਉਹ ਮੇਰੂ ਮਣਕਾ ਹੋਵੇ, ਭਾਵੇਂ ਦੂਜੇ ਹੋਣ, ਪਰ ਉਹਦੇ ਵਿੱਚ ਧਾਗਾ ਤੇ ਇੱਕੋ ਹੀ ਹੈ ਨਾ। ਜਦੋਂ ਧਾਗਾ ਟੁੱਟ ਗਿਆ ਫਿਰ ਉਹ ਮਣਕੇ ਤਾਂ ਰਹਿ ਜਾਣਗੇ, ਮਾਲਾ ਨਹੀਂ ਅਖਵਾ ਪਾਉਣਗੇ। ਮਾਲਾ ਬਣੀ ਹੈ ਧਾਗੇ ਕਰਕੇ। ਤੇ ਪ੍ਰਮਾਤਮਾ ਸਾਰਿਆਂ ਦਾ ਸੂਤਰ ਤੇ ਤੂੰ ਹੀ ਹੈ। ਇਹ ਦੁਨੀਆ ਕਿਵੇਂ ਬਣੀ ਹੈ? ਕਿਉਂਕਿ ਤੇਰੇ ਸੂਤਰ ਵਿੱਚ ਬੱਧੀ ਹੋਈ ਹੈ। ਕੀ ਆਪਾਂ ਮੰਨਦੇ ਵੀ ਸਾਰਾ ਕੁਝ ਕਾਨੂੰਨ ਵਿੱਚ ਹੈ? ਨਾ। ਆ ਤੁਸੀਂ ਇੱਥੇ ਚੌਂਕੜੀ ਮਾਰੀ, ਇਹ ਕਿਹੜੇ ਕਾਨੂੰਨ 'ਚ ਹੈ ਜੀ? ਕੋਈ ਹੈ ਦੁਨੀਆ ਦਾ ਕਾਨੂੰਨ ਜਿਹੜਾ ਕਹਿੰਦਾ ਹੋਵੇ ਵੀ ਗੁਰਦੁਆਰੇ ਸਿਰ ਢੱਕ ਕੇ ਜਾਣਾ ਹੈ, ਤੁਸੀਂ ਜੋੜੇ ਉਤਾਰ ਕੇ ਜਾਣਾ ਹੈ, ਜਰਾਬਾਂ ਉਤਾਰ ਕੇ ਜਾਣਾ ਹੈ, ਪੈਰ ਧੋ ਕੇ ਜਾਣਾ ਹੈ, ਅੰਦਰ ਜਾ ਕੇ ਗੱਲਾਂ ਨਹੀਂ ਕਰਨੀਆਂ? ਇਹ ਰੱਬ ਦਾ ਸੂਤਰ ਹੈ, ਕੋਈ ਦੁਨੀਆ ਦਾ ਕਾਨੂੰਨ ਨਹੀਂ ਹੈ। ਕਿੰਨੀ ਦੁਨੀਆ ਹੈ ਜਿਹੜੀ ਸ਼ਰਾਬ ਨਹੀਂ ਪੀਂਦੀ। ਕਿਹੜਾ ਕਾਨੂੰਨ ਕਹਿੰਦਾ ਵੀ ਸ਼ਰਾਬ ਨਹੀਂ ਪੀਣੀ ਚਾਹੀਦੀ? ਗੌਰਮੈਂਟ ਤੇ ਆਪ ਹੋਟਲਾਂ ਵਿੱਚ ਪ੍ਰੋਵਾਈਡ ਕਰਦੀ ਹੈ, ਵਿਆਹ ਸ਼ਾਦੀਆਂ ਤੇ ਲਾਇਸੈਂਸ ਦਿੰਦੀ ਹੈ। ਇੱਕ ਰੱਬ ਹੈ ਜਿਹੜਾ ਤੁਹਾਨੂੰ ਇਸ ਅਦਬ ਦੇ ਵਿੱਚ ਬੰਨ੍ਹਦਾ ਹੈ ਕਿ ਸੁਰਸਰੀ ਸਲਲ ਬਾਰਣੀ, ਸੁਰਸਰੀ ਸਲਲ ਬਾਰਣੀ ਸੰਤ ਜਨ ਕਰਤ ਨਹੀਂ ਪਾਨ। ਸੁਰਸਰੀ ਕਹਿੰਦੇ ਨੇ ਗੰਗਾ ਨੂੰ। ਅਗਰ ਗੰਗਾ ਦੇ ਪਾਣੀ ਤੋਂ ਵੀ ਸ਼ਰਾਬ ਬਣੇ ਤੇ ਸੰਤ ਨਹੀਂ ਪੀਂਦਾ। ਤੇ ਕਾਨੂੰਨ ਤਾਂ ਨਹੀਂ ਕਹਿੰਦਾ ਵੀ ਨਾ ਪੀਓ। ਹਾਂ, ਇਹ ਕਾਨੂੰਨ ਕਹਿੰਦਾ ਵੀ ਜੇ ਡਰਾਈਵਿੰਗ ਕਰਨੀ ਹੈ ਤੇ ਤੁਸੀਂ ਨਹੀਂ ਪੀ ਸਕਦੇ, ਜਾਂ ਤੁਸੀਂ ਥੋੜੀ ਪੀ ਸਕਦੇ ਆ। ਰੱਬ ਦਾ ਅਦਬ ਕੀ ਕਹਿੰਦਾ ਹੈ? ਰੱਬ ਦਾ ਅਦਬ ਕਹਿੰਦਾ ਭਾਈ ਉਸ ਜਿਸ ਸੜਕ ਤੇ ਠੇਕਾ ਹੋਵੇ ਤਾਂ ਉਹਦੇ ਕੋਲੋਂ ਵੀ ਨਹੀਂ ਲੰਘਣਾ। ਇਹ ਰੱਬ ਦਾ ਸੂਤਰ ਜਿਹਦੇ 'ਚ ਦੁਨੀਆ ਬੱਧੀ ਹੋਈ ਹੈ। ਚੋਰੀ ਨਹੀਂ ਕਰਨੀ,
ईमानदारी करनी, सच बोलना है। सरकार दे कानून विच तां तुसीं उदों हो जदों साबित होएगा। कोर्ट केस भी चल पैंदे ने, आपां कह दिंदे आ, पर जज भी कहता भाई जिन्ना चिर चोर साबित नहीं हुंदा चोर नहीं हैगा। मेरे फैसले तो पहला तुसीं नहीं मन सकते। किसी ने मर्डर कर दिता है, लोग कहते कातिल है, जज कहता नहीं, अजे हियरिंग चल रही है, अजे केस कोर्ट विच है। कोर्ट के फैसले तो बाद ये कहा जा सकता है कौन की है कौन की नहीं है। पर रब के सूत्र विच आपां सारे ही बद्धे हुए हैं। सब उहदे अदब भै दे विच ही ये सारी दुनिया चल रही है, कानूनां विच नहीं है, रब के अदब विच है, उहदी शक्ति विच है, उहदे सूत्र विच असीं बद्धे हुए हैं। हाँ जी। और न लखी जात गत तेरी, क्या बरनो सूषम मत मेरी। हे परमात्मा, मैं होर तेरी उस्तत कर नहीं सकता। मेरी मत थोड़ी सूक्ष्म मत है, मैं तेरे सारे गुण बयान कर सका, ये मेरी समर्था ही नहीं है। जिवें सतगुरु बाणी च कहते हैं ना कि जिहवा एक कवन गुण कही है, बेशुमार बेअंत स्वामी, तेरो अंत ना किन्हीं लईए। तेरा अंत तक किसी ने भी नहीं पाया। हाँ जी। दास गिरा आस सुनत किरपाला, हरख परसीदत पए बिसाला। अपने सेवक भगत धरू दी बाणी रब ने सुनी ते रब प्रसन्न हो गया। हाँ जी। बोले हे नृप सुत सुन बानी, तब अंतर की मैं सब जानी। ऐ राजन दे पुत्र, मैं तेरी भावना सुन ली है। तू कहना की चाहना है। जो आप कई बार कहने ना भी साढ़े थोड़े नूं बहुता करके मन्नियो, उहदे थोड़े नूं ही रब ने बहुता करके मन लिया। हाँ जी। सो अब लेहो परम पद ऊंचा, को नह जह सुर असुर पहुंचा। अज मैं तैनू वो पदवी देनी चाहना जिस पदवी नूं कोई देवता, कोई दैत, कोई संत, कोई राक्षस जिहड़े किते उत्थे पहुंच ही नहीं सकिया, किसी दी पहुंच ही नहीं उत्थों तक। हाँ जी। मार तांड ग्रह सोमन शतरा, सबे प्रदर्शन करे पवित्रा। सूरज तो लैके चंद्रमा तक, नवां ग्रहां तक, नक्षत्रा तक सब तेरी प्रदर्शना करनगे। ध्रुव, मैं तैनू वो पदवी देनी चाहना। हाँ जी। तब पित तप हित जब जन जाई, राज समर्पै तुझे बनाई। जदों तू चला गया सी भगती करन ते तेरे पिता ने राज भाग तैनू समर्पित कर दिता सी। राज वो करदा रहा, पर यह मन के करदा रहा भी ये राज ध्रुव दा राज है, हुण मेरा राज नहीं है। राज उन्हें कीता है, पर अपने पुत्र दा राज समझ के सिर्फ उस राज नूं जिवें हुंदा ना भी उहदी रख रखाव उहदा कौन करेगा, कहन लगा सिर्फ इस तरह उन्हें समा अज तक बतीत किया है। हाँ जी। सतीश वरख सहस कर राजू, पुन पावो निज पद सुख साजू। 36,000 वर्ख तू राज करेगा तो फिर इस परम पदवी नूं तू प्राप्त होवेगा। हाँ जी। उत्तम नाम तोहे जो प्राता, सदा अखेर बिरत महराता। जेड़ा तेरा भरा है उत्तम नाम, उहदा नाम उत्तम है, सदा अखेर बिरत महराता। उते सारा दिन शिकार की खेड दे विच उहदा मन जेड़ा है वो रत्या रहिंदा है। हाँ जी। सो बन मैं होवत हत प्राणै, खोजन हित तह मात पयानै। ओदी मौत शिकार खेडदियां जंगल विच होएगी, ओनू लभण वास्ते तेरी मां जाएगी। हाँ जी।
ਸੋ ਦਾਨਾਵਲ ਜਹ ਮਰ ਜਾਈ ਸਰਬ ਰਾਜ ਤੁਮ ਕਰੋ ਬਣਾਈ। ਉੱਥੇ ਜੰਗਲ ਦੀ ਅੱਗ ਪੈਦਾ ਹੋਵੇਗੀ ਤੇ ਉਸ ਅੱਗ ਦੇ ਵਿੱਚ ਉਹ ਉੱਤਮ ਵੀ ਤੇ ਉਹ ਜਿਹੜੀ ਉੱਤਮ ਨੂੰ ਜਨਮ ਦੇਣ ਵਾਲੀ ਮਾਂ ਹੈ ਉਹ ਉਸ ਅਗਨੀ ਦੇ ਵਿੱਚ ਸੜ ਕੇ ਸੁਆਹ ਹੋ ਜਾਣਗੇ। ਹਾਂਜੀ। ਮਮ ਹਿਤ ਮਖ ਕਰੀਐ ਹਿਤ ਲਾਈ ਸਿਮਰਨ ਕਰੋ ਸਦਾ ਸੁਖ ਪਾਈ। ਇਸ ਕਰਕੇ ਹਮੇਸ਼ਾ ਦੁਨੀਆ ਤੇ ਪੁੰਨ ਕਰਮ ਕਰਨੇ ਨੇ, ਜਗ ਕਰਨੇ ਨੇ ਤੇ ਹਮੇਸ਼ਾ ਸਿਮਰਨ ਕਰਦਿਆਂ ਸੁਖ ਪ੍ਰਾਪਤ ਕਰਨਾ ਹੈ। ਹਾਂਜੀ। ਊਚੋ ਪਦ ਅਬ ਲੇਹੋ ਬਹੋਰੀ ਜਿਹ ਕੋ ਬੰਦੈ ਸਭ ਕਰ ਜੋਰੀ। ਇਹ ਉੱਚੀ ਅਸ ਪਦਵੀ ਹੁਣ ਤੈਨੂੰ ਪ੍ਰਾਪਤ ਹੋਏਗੀ, ਸਾਰੀ ਦੁਨੀਆ ਤੈਨੂੰ ਬੰਦਨਾ ਕਰੇਗੀ। ਹਾਂਜੀ। ਮਮ ਆਯਸ ਗਮਨੋ ਪੁਰ ਮਾਹੀ ਮਾਤ ਪਿਤਾ ਹਿਰਦੇ ਬਹੁ ਚਾਹੀ। ਹੁਣ ਧਰੂ ਤੂੰ ਆਪਣੇ ਸ਼ਹਿਰ ਵਾਪਸ ਚਲਾ ਜਾ। ਤੇਰਾ ਪਰਿਵਾਰ, ਤੇਰਾ ਮਾਤਾ ਪਿਤਾ ਬੜੀ ਉਤਸੁਕਤਾ ਨਾਲ ਤੇਰੀ ਉਡੀਕ ਕਰ ਰਿਹਾ ਹੈ। ਹਾਂਜੀ। ਅਸ ਕੈ ਸ਼੍ਰੀ ਭਗਵੰਤ ਗੁਸਾਈ ਅੰਤਰ ਧਿਆਨ ਪਏ ਤੇ ਥਾਈ। ਇਸ ਤੋਂ ਬਾਅਦ ਕਹਿੰਦੇ ਪ੍ਰਮਾਤਮਾ ਜਿਹੜਾ ਸੀ ਉਹ ਅੰਤਰ ਧਿਆਨ ਹੋ ਗਿਆ, ਅਲੋਪ ਹੋ ਗਿਆ। ਹਾਂਜੀ। ਜਿਹ ਕੇ ਦਰਸ਼ਨ ਦੁਖ ਨਸਾਈ ਸੇਵੋ ਚਰਨ ਕਵਲ ਹਿਤ ਲਾਈ। ਉਹ ਪਰਮਾਤਮਾ ਜਿਹਦੇ ਦਰਸ਼ਨਾਂ ਤੋਂ ਦੁੱਖ ਮਿਟਦੇ ਨੇ ਸੰਸਾਰ ਦੇ ਲੋਕੋ, ਉਹਦੀ ਸੇਵਾ ਕਰੋ, ਉਹਦੇ ਕਮਲ ਰੂਪੀ ਚਰਨਾਂ ਨਾਲ ਆਪਣਾ ਧਿਆਨ ਜੋੜੋ। ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਦਾ ਪ੍ਰੇਮ ਨਾਲ ਸੇਵਨ ਕਰੋ, ਪ੍ਰੇਮ ਨਾਲ ਉਹਦੇ ਚਰਨਾਂ ਦੀ ਸੇਵਾ ਕਰੋ। ਹਾਂਜੀ। ਸ਼੍ਰੀ ਗੁਰ ਪਗ ਸਾਗਰ ਆਨੰਦ ਮਨ ਨਿਜ ਮੀਨ ਬਣਾਉ। ਅਗਲੀ ਕਥਾ ਲਿਖਣ ਤੋਂ ਪਹਿਲਾਂ ਕਵੀ ਜੀ ਨੇ ਇੱਥੇ ਫਿਰ ਰੱਬ ਦਾ ਮੰਗਲ ਕੀਤਾ ਹੈ, ਗੁਰੂ ਦਾ ਮੰਗਲ ਕੀਤਾ। ਆਖਿਆ ਮੇਰੇ ਗੁਰੂ ਦੇ ਚਰਨ ਸਮੁੰਦਰ ਵਰਗੇ ਨੇ, ਸਾਗਰ ਵਰਗੇ ਨੇ। ਇਸ ਕਰਕੇ ਮੈਂ ਆਪਣੇ ਮਨ ਨੂੰ ਹੁਣ ਮੱਛੀ ਬਣਾ ਲਿਆ। ਜਿਵੇਂ ਪਾਣੀ ਮੱਛੀ ਤੋਂ ਬਿਨਾਂ ਨਹੀਂ ਰਹਿੰਦੀ, ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾਂ। ਬੜੀਆਂ ਪੰਕਤੀਆਂ ਨੇ ਕਿ ਜੇ ਤੂੰ ਦਰਿਆ ਹੈ ਤਾਂ ਪ੍ਰਮਾਤਮਾ ਫਿਰ ਮੈਂ ਆਪਣਾ ਮਨ ਮੱਛੀ ਬਣਾਉਣਾ। ਹਾਂਜੀ। ਕਹੋ ਕਥਾ ਪਾਵਨ ਪਰਮ ਸੁਣ ਸਰੋਤਾ ਸੁਖ ਪਾਓ। ਮੈਂ ਕਥਾ ਲਿਖਦਾ, ਸਰੋਤਾ ਜਨੋ ਤੁਸੀਂ ਸੁਣੋ। ਇਹ ਕਥਾ ਸੁਖਦਾਈ ਕਥਾ ਹੈ, ਭਗਤ ਧਰੂ ਦੀ ਕਥਾ ਸੁਖ ਦੇਣ ਵਾਲੀ ਕਥਾ ਹੈ। ਹਾਂਜੀ। ਸ਼੍ਰੀ ਅੰਗਦ ਜੀ ਸੁਣ ਇਤਿਹਾਸਾ ਮਰਦਾਨੇ ਸੋ ਗੁਰੂ ਪ੍ਰਕਾਸ਼ਾ। ਇਉਂ ਗੁਰੂ ਅੰਗਦ ਸਾਹਿਬ ਇਹ ਕਥਾ ਅਗਲੀ ਆਪ ਜੀ ਸੁਣੋ। ਜਿਹੜੀ ਕਥਾ ਅੱਜ ਆਪਾਂ ਸੁਣ ਰਹੇ ਹਾਂ, ਇੱਕ ਵਕਤ ਸੀ ਇਹ ਕਥਾ ਗੁਰੂ ਅੰਗਦ ਸਾਹਿਬ ਜੀ ਨੇ ਖੁਦ ਸੁਣੀ ਸੀ। ਗੁਰੂ ਨਾਨਕ ਦੇ ਪਿਤਾ ਨੇ ਫਿਰ ਭਾਈ ਮਰਦਾਨਾ ਜੀ ਨੂੰ ਇਹ ਬਚਨ ਆਖੇ ਨੇ। ਇਹ ਕਥਾ ਦਾ ਪੱਖ ਹੈ। ਕਥਾ ਕਰ ਕੌਣ ਰਿਹਾ ਹੈ, ਕਥਾ ਹੋ ਕਿੱਥੇ ਰਹੀ ਹੈ, ਇਹ ਉਥਾਨਕਾ ਖਡੂਰ ਸਾਹਿਬ ਦੀ ਹੈ। ਕਥਾ ਕਿਹਦੀ ਹੈ? ਭਗਤ ਧਰੂ ਦੀ ਹੈ। ਸੁਣਾ ਕੌਣ ਰਿਹਾ ਹੈ? ਗੁਰੂ ਨਾਨਕ ਸਾਹਿਬ। ਸੁਣ ਕੌਣ ਰਿਹਾ ਹੈ? ਭਾਈ ਮਰਦਾਨਾ। ਹਾਂਜੀ। ਕਹਿਣ ਲੱਗੇ ਪੁਣ ਦੀਨ ਦਇਆਲਾ ਧਰੁਵਪੁਰ ਕੋ ਗਮਣਿਓ ਤੇ ਕਾਲਾ। ਫਿਰ ਭਗਤ ਧਰੂ ਜਿਹੜਾ ਸੀ ਉਹ ਜੰਗਲ ਤੋਂ ਘਰ ਵੱਲ ਤੁਰ ਪਿਆ, ਪੁਰ ਵੱਲ, ਨਗਰੀ ਵੱਲ। ਹਾਂਜੀ। ਸੁਣਿਓ ਉਤਾਨ ਪਾਦ ਸੁਤ ਆਵਨ ਅਮਿਤ ਭਇਓ ਮਨ ਮੈਂ ਹਰ ਖਾਵਨ। ਉਤਾਨ ਪਾਦ ਰਾਜੇ ਨੂੰ ਖਬਰ ਮਿਲੀ ਵੀ ਰਾਜਾ ਤੇਰਾ ਪੁੱਤਰ ਘਰ ਵਾਪਸ ਆ ਰਿਹਾ ਹੈ, ਤੇਰਾ ਪੁੱਤਰ ਤੇਰੀ ਨਗਰੀ ਦੇ ਵਿੱਚ ਵਾਪਸ ਤੁਰਿਆ ਆਉਂਦਾ ਹੈ। ਹਾਂਜੀ। ਜਿਨ ਦਿਜਵਾਰ ਸੁਧ ਆਣ ਸੁਨਾਈ ਪਟ ਭੂਖਣ ਰਥ ਦੀਨ ਬਣਾਈ। ਇਹ ਵੀ ਦੱਸਿਆ ਕਿ ਰਾਜਾ ਤੇਰਾ ਪੁੱਤਰ ਆ ਰਿਹਾ ਹੈ, ਭਗਤੀ ਕਰਕੇ ਆ ਰਿਹਾ, ਪੁੱਗ ਕੇ ਆ ਰਿਹਾ ਹੈ, ਸੰਪੂਰਨ ਹੋ ਗਿਆ ਹੈ। ਕਹਿੰਦੇ ਰਾਜੇ ਦੀ ਖੁਸ਼ੀ ਦੀ ਸੀਮਾ ਕੋਈ ਨਹੀਂ ਹੈ। ਅੰਮ੍ਰਿਤ ਗਿਣਤੀ ਮਿਣਤੀ ਤੋਂ ਬਾਅਦ
ਮਨ ਮੈਂ ਹਰ ਖਾਵਣ, ਇਹਨਾਂ ਮਨ ਉਹਦਾ ਪ੍ਰਸੰਨ ਹੋਇਆ। ਇੱਥੋਂ ਤੱਕ ਕਿ ਜਿਸ ਪੰਡਤ ਨੇ ਬ੍ਰਾਹਮਣ ਨੇ ਆ ਕੇ ਦੱਸਿਆ, ਪਹਿਲਾਂ ਖਬਰ ਦਿੱਤੀ, ਕਹਿੰਦੇ ਉਸ ਬ੍ਰਾਹਮਣ ਨੂੰ ਗਹਿਣੇ ਤੇ ਰਥ ਬਖਸ਼ਿਸ਼ ਕੀਤੇ। ਆਪਣੇ ਸ਼ਹਿਰਾਂ 'ਚ ਵੀ ਹੈਗਾ, ਸਾਡੇ ਪਿੰਡਾਂ 'ਚ ਤੇ ਬਹੁਤ ਹੈ ਕਿ ਜਦੋਂ ਲੜਕੇ ਨੂੰ ਵਿਆਹੁਣ ਜਾਂਦੇ ਨੇ ਨਾ, ਤੇ ਜਿਹੜਾ ਬੰਦਾ ਘਰ ਆ ਕੇ ਲੜਕੇ ਦੀ ਮਾਂ ਨੂੰ ਪਹਿਲਾਂ ਦੱਸੇ ਕਿ ਡੋਲੀ ਆ ਗਈ ਹੈ, ਉਹਨੂੰ ਫਿਰ ਜੋ ਮੰਗੇ ਉਹ ਮਾਂ ਨੂੰ ਦੇਣਾ ਪੈਂਦਾ ਹੈ। ਕਈ ਤੇ ਬੱਸਾਂ ਤੇ ਪਹਿਲਾਂ ਬਰਾਤਾਂ ਜਾਂਦੀਆਂ ਸੀ ਨਾ, ਚਲਦੀ ਬੱਸ ਤੋਂ ਛਾਲ ਮਾਰ ਦੇਣੀ ਬੰਦੇ ਨੇ, ਮਤਲਬ ਜਦੋਂ ਬਰਾਤ ਨਾਲ ਰੋਟੀ ਖਾ ਲਈ ਬਸ ਉਦੋਂ ਬਾਅਦ ਇਹੀ ਡੰਡ ਬੈਠਕਾਂ ਹੁੰਦੀਆਂ ਸੀ ਵੀ ਮੈਂ ਭੱਜ ਕੇ ਜਾ ਕੇ ਦੱਸਣਾ ਹੈ। ਜਿਹੜਾ ਡੋਲੀ ਵਾਲਾ ਡੋਲੀ ਲੈ ਕੇ ਆਉਂਦਾ ਉਹ ਤਾਂ ਹੁਣ ਤੱਕ ਖਿੜਕੀ ਨਹੀਂ ਖੋਲ੍ਹਣ ਦਿੰਦਾ, ਕਹਿੰਦਾ ਕੱਢੋ ਪੈਸੇ ਪਹਿਲਾਂ। ਸ਼ਾਇਦ ਕਈ ਵਾਰੀ ਉਹਨਾਂ ਕਿਰਾਇਆ ਨਹੀਂ ਹੁੰਦਾ ਟੈਕਸੀ ਦਾ ਜਿੰਨਾ ਉਹ ਡਰਾਈਵਰ ਪੈਸੇ ਲੈ ਲੈਂਦਾ ਹੈ। ਇਹ ਖੁਸ਼ੀ ਦੇ ਕੁਛ ਮਨੁੱਖਾਂ ਨੇ ਬਣਾਏ ਤਰੀਕੇ ਨੇ। ਇਹਦਾ ਅਰਥ ਇਹ ਨਹੀਂ ਵੀ ਉਹਨਾਂ ਪੈਸਿਆਂ ਨਾਲ ਕੋਈ ਕਿਸੇ ਨੇ ਕੋਠੀ ਪਾ ਲੈਣੀ ਹੈ, ਜੋ ਉਹਨਾਂ ਪੈਸਿਆਂ ਨਾਲ ਕੋਈ ਸਾਲਾਂ ਬੱਧੀ ਕਿਸੇ ਦਾ ਗੁਜ਼ਾਰਾ ਹੋ ਜਾਣਾ, ਨਾ। ਉਹ ਲੋਕ ਮੰਗਦੇ ਵੀ ਖੁਸ਼ੀ ਨਾਲ ਨੇ ਤੇ ਦਿੰਦੇ ਵੀ ਖੁਸ਼ੀ ਨਾਲ ਨੇ, ਇਹ ਵੀ ਯਾਦ ਰੱਖਣਾ। ਖੁਸ਼ੀ ਇੰਨੀ ਹੁੰਦੀ ਮਾਂ ਨੂੰ ਵੀ ਆ ਗਿਆ ਮੇਰਾ ਪੁੱਤਰ ਡੋਲੀ ਲੈ ਕੇ। ਰਾਜੇ ਨੂੰ ਕਿਸੇ ਨੇ, ਪੰਡਤ ਨੇ, ਬ੍ਰਾਹਮਣ ਨੇ ਆ ਕੇ ਦੱਸਿਆ, ਕਹਿੰਦੇ ਰਾਜੇ ਨੇ ਉਹਨੂੰ ਰੱਥ ਦਿੱਤਾ ਕਿ ਕਿੱਡੀ ਖੁਸ਼ੀ ਦੀ ਖਬਰ ਦੱਸੀ ਤੂੰ ਵੀ ਮੇਰਾ ਪੁੱਤਰ ਵਾਪਸ ਆ ਗਿਆ। ਰਾਜੇ ਨੇ ਉਸ ਨੂੰ ਸੋਨੇ ਦੇ ਗਹਿਣੇ ਬਣਾ ਕੇ ਦਿੱਤੇ, ਸਨਮਾਨ ਕੀਤਾ ਉਹਦਾ ਵੀ ਸ਼ੁਕਰ ਹੈ ਭਰਾਵਾ ਤੂੰ ਮੈਨੂੰ ਆ ਕੇ ਕੋਈ ਚੰਗੀ ਖਬਰ ਤੇ ਸੁਣਾਈ ਹੈ। ਹਾਂਜੀ। ਤਬ ਪੁਵਾਲ ਤਹਿ ਲੇ ਕਰ ਸੰਗਾ, ਗਮਨੇ ਆਗੇ ਸਹਿਤ ਉਮੰਗਾ। ਉਸੇ ਬ੍ਰਾਹਮਣ ਨੂੰ ਲੈ ਕੇ ਫਿਰ ਰਾਜਾ ਅੱਗੋਂ ਹੋ ਤੁਰਿਆ ਵੀ ਚੱਲ ਮੈਨੂੰ ਦੱਸ ਕਿੱਧਰੋਂ ਆ ਰਿਹਾ, ਕਿੱਥੇ ਹੈ। ਖੁਸ਼ੀ ਦੇ ਵਿੱਚ ਉਹਦਾ ਸਨਮਾਨ ਕੀਤਾ। ਫਿਰ ਉਹਨੂੰ ਕਿਹਾ ਵੀ ਦੱਸ ਤੇ ਸਹੀ ਆ ਕਿਹੜੇ ਪਾਸੇ ਹੋ ਰਿਹਾ ਹੈ। ਹਾਂਜੀ। ਦੁੰਦਬ ਬੇਨਾ ਪੇਰ ਬਜਾਈ, ਵੇਦ ਪਾਠ ਦਿਜ ਕਰਤ ਸੁਹਾਈ। ਪੰਡਤ ਬਿਠਾ ਦਿੱਤੇ ਵੀ ਤੁਸੀਂ ਉਹਨਾਂ ਚਿਰ ਵੇਦਾਂ ਦਾ ਪਾਠ ਕਰਨਾ ਜਿੰਨਾ ਚਿਰ ਪੁੱਤਰ ਮੇਰਾ ਨਗਰੀ 'ਚ ਪ੍ਰਵੇਸ਼ ਨਹੀਂ ਕਰਦਾ। ਤੂਤੀਆਂ, ਭੇਰੀਆਂ, ਬੀਣਾ, ਇਹ ਨਗਾਰੇ ਲੈ ਕੇ ਤੇ ਅੱਗੋਂ ਚਲਾ ਗਿਆ ਵੀ ਢੋਲ ਢਮੱਕੇ ਨਾਲ ਬੱਚੇ ਨੂੰ ਆਪਣੇ ਨੂੰ ਮੈਂ ਰਾਜ ਸਿੰਘਾਸਣ ਤੱਕ ਘਰ ਲੈ ਕੇ ਮਹਿਲਾਂ ਤੱਕ ਆਵਾਂਗਾ। ਹਾਂਜੀ। ਸਰੋਚ ਸੁਨੀਤੀ ਜੁਗ ਨ੍ਰਿਪ ਨਾਰੀ, ਸਿਵ ਕਾਹ ਪਰ ਚੜ ਚਲੀ ਅਗਾਰੀ। ਹੁਣ ਉਹ ਦੋਵੇਂ ਮਾਵਾਂ, ਇੱਕ ਮਾਂ ਇੱਕ ਮਤਰਈ ਮਾਂ, ਇੱਕ ਸੁਰੁਚੀ ਇੱਕ ਸੁਨੀਤਾ, ਇਹ ਵੀ ਦੋਵੇਂ ਇੱਕ ਰੱਥ ਵਿੱਚ ਬਹਿ ਗਈਆਂ। ਇਹਨਾਂ ਨੂੰ ਵੀ ਅਕਲ ਆ ਗਈ ਹੋਏਗੀ ਵੀ ਸਾਡੀ ਦੋਵਾਂ ਦੀ ਨਲਾਇਕੀ ਨੇ ਕਿੱਥੋਂ ਤੱਕ ਸਾਰਾ ਕੁਝ ਕਰ ਦਿੱਤਾ ਹੈ। ਇੱਕੋ ਰੱਥ ਵਿੱਚ ਬੈਠ ਕੇ ਇਹ ਹੁਣ ਭਗਤ ਧਰੂ ਨੂੰ ਅੱਗੋਂ ਲੈਣ ਤੁਰੀਆਂ ਨੇ। ਹਾਂਜੀ। ਨ੍ਰਿਪ ਸੁਤ ਉਤਮ ਲੋਕ ਵਿਸਾਲਾ, ਗਏ ਲੈ ਨਹਿਤ ਸਭ ਤਤਕਾਲਾ। ਇਸ ਰਾਜੇ ਦਾ ਦੂਜਾ ਪੁੱਤਰ ਸੀ ਉੱਤਮ, ਉਹ ਵੀ ਲੋਕਾਂ ਦੇ ਨਾਲ ਤੁਰਿਆ। ਇਹ ਗਏ ਲੈਣ ਹਿਤ ਸਭ ਤਤਕਾਲਾ, ਅੱਗੋਂ ਲੈਣ ਗਏ ਨੇ, ਜਿਹਨੂੰ ਅੱਜ ਦੇ ਸ਼ਬਦਾਂ 'ਚ ਕਹਿੰਦੇ ਰਿਸੀਵ ਕਰਨ ਜਾਣਾ, ਵੈਲਕਮ ਕਰਨ ਜਾਣਾ। ਹਾਂਜੀ। ਪਿਖਿਓ ਉਤਾਨ ਪਾਦ ਸੁਤ ਬਦਨਾ, ਕਮਲ ਪਰ ਫੁੱਲਤ ਜਿਉ ਸੁਖ ਸਦਨਾ। ਜਿਵੇਂ ਹੀ ਉਤਾਨ ਪਾਦ ਰਾਜੇ ਨੇ ਆਪਣੇ ਪੁੱਤਰ ਧਰੂ ਦਾ ਮੁਖ ਵੇਖਿਆ, ਕਵੀ ਜੀ ਕਹਿੰਦੇ ਇਹਦਾ ਮੁਖ ਐਵੇਂ ਖਿੜਿਆ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਖਿੜਦਾ ਹੈ। ਹਾਂਜੀ। ਤਹਿ ਛਿਨ ਰਥ ਤੇ ਉਤਰ ਤੁਰੰਤਾ, ਬੰਧਨ ਗਰ ਲਾਇਓ ਮਤਵੰਤਾ। ਉਹ ਤੁਰ ਕੇ ਆ ਰਿਹਾ ਸੀ, ਰਾਜਾ ਅੱਗੋਂ ਰਥ ਲੈ ਕੇ ਗਿਆ ਸੀ। ਹੁਣ ਰਾਜੇ ਨੇ ਰਥ ਛੱਡ ਦਿੱਤਾ, ਥੱਲੇ ਉਤਰ ਆਇਆ, ਆਪਣੇ ਪੁੱਤਰ ਨੂੰ ਗਲਵਕੜੀ ਪਾ ਕੇ ਮਿਲਿਆ। ਹਾਂਜੀ। ਬੇਬਲ ਹੋਏ ਉਤਕੰਠਾ ਪੂਰੀ, ਕੀਨ ਅਲਿੰਗਨ ਗਰ ਰਹਿ ਪੂਰੀ। ਕਹਿੰਦੇ ਗਲੇ ਨਾਲ ਲਾ ਕੇ ਕੁੱਟ ਕੇ ਗਲਵਕੜੀ ਪਾ ਕੇ ਮਿਲਿਆ, ਬੈਬਲ ਹੋ ਗਿਆ, ਗਲਾ ਭਰ ਆਇਆ। ਹਾਂਜੀ। ਮਸਤਕ ਚੂਮਤ ਕਹਿ ਕੋ ਫੇਰਤ, ਲੋਚਨ ਤੇ ਆਸਣ ਕੋ ਗੇਰਤ। ਹੁਣ ਕਦੇ ਆਪਣੇ ਪੁੱਤਰ ਦਾ ਮਸਤਕ ਚੁੰਮਦਾ ਹੈ, ਕਦੇ ਉਹਦੇ ਸਿਰ ਤੇ ਹੱਥ ਫੇਰਦਾ ਹੈ,
ਇਹਦੀਆਂ ਅੱਖਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਆਂਸੂ ਵਗਦੇ ਨੇ, ਪਰ ਇਹ ਖੁਸ਼ੀ ਦੇ ਨੇ, ਇਹ ਮਲਾਪ ਦੇ ਨੇ, ਜਿਹਨੂੰ ਗੁਰਬਾਣੀ ਕਹਿੰਦੀ ਹੈ ਨਾ ਕਿ ਮਿਲਵੇ ਕੀ ਸ਼ੋਭਾ ਵਰਣ ਨਾ ਸਕੋ। ਮਲਾਪ ਦੀ ਖੁਸ਼ੀ ਨੂੰ ਸ਼ਬਦਾਂ 'ਚ ਵਰਣਨ ਨਹੀਂ ਕੀਤਾ ਜਾ ਸਕਦਾ। ਹਾਂਜੀ। 300 ਸੁਤ ਕੋ ਮਨੋ ਨਿਵਾਨਾ, ਮధుਰ ਬਚਨ ਕਹਿ ਬਹੁ ਸਨਮਾਨਾ। ਕਵੀ ਜੀ ਕਹਿੰਦੇ ਇੰਜ ਲੱਗਦਾ ਵੀ ਅੱਜ ਇਹਨੇ ਰੋ ਰੋ ਕੇ ਅੱਖਾਂ ਦੇ ਵਿੱਚੋਂ ਆਂਸੂ ਵਗਾ ਵਗਾ ਕੇ, ਭਾਵੇਂ ਉਹ ਖੁਸ਼ੀ ਦਾ ਹੀ ਰੋਣਾ ਸੀਗਾ, ਆਪਣੇ ਪੁੱਤਰ ਦੇ ਕੱਪੜੇ ਭਿਗੋ ਦਿੱਤੇ। ਇਉਂ ਲੱਗਦਾ ਵੀ ਇਹਨੇ ਇਸ਼ਨਾਨ ਹੀ ਅੱਖਾਂ ਨਾਲ ਕਰਾ ਦਿੱਤਾ ਹੈ, ਇੰਨਾ ਜਲ ਇਹਦੀਆਂ ਅੱਖਾਂ ਤੋਂ ਵਹਿ ਤੁਰਿਆ ਹੈ। ਬੜੇ ਸਨਮਾਨ ਵਾਲੇ ਸ਼ਬਦ ਰਾਜੇ ਉਤਾਨਪਾਦ ਨੇ ਬੋਲੇ ਨੇ। ਹਾਂਜੀ। ਪੁੰਨ ਦੋ ਮਾਤ ਮਿਲੀ ਤਹ ਆਈ, ਧਰੁਵ ਬੰਧਨ ਕੀਨੀ ਸਿਰ ਨਿਆਈ। ਦੋਵੇਂ ਮਾਵਾਂ ਆ ਕੇ ਮਿਲੀਆਂ ਤੇ ਭਗਤ ਧਰੂ ਨੇ ਦੋਵਾਂ ਮਾਵਾਂ ਦੇ ਪੈਰਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ। ਹਾਂਜੀ। ਚਿਰੰਗ ਜੀਵ ਦੇ ਆਸ਼ਿਕ ਤਬ ਹੀ, ਘਰ ਸੋਂ ਲਾਏ ਪਾਏ ਸੁਖ ਤਬ ਹੀ। ਦੋਵਾਂ ਨੇ ਗਲੇ ਲਾ ਕੇ ਪੁੱਤਰ ਨਾਲ ਮਿਲਣਾ ਕੀਤਾ, ਦੋਵਾਂ ਨੇ ਅਸੀਸਾਂ ਦਿੱਤੀਆਂ। ਹਾਂਜੀ। ਉਤਮ ਭਰਾਤ ਮਿਲਿਓ ਤਬ ਘਰ ਸੋਂ, ਪ੍ਰੇਮ ਵਿਸਾਲ ਭਰਿਓ ਸ਼ੁਭ ਉਰਸੋਂ। ਉਤਮ ਭਰਾ ਦਾ ਨਾਂ ਹੈ, ਉਹ ਵੀ ਆ ਕੇ ਗਲਵਕੜੀ ਪਾ ਕੇ ਮਿਲਿਆ, ਬੜਾ ਪ੍ਰੇਮ ਕੀਤਾ। ਹਾਂਜੀ। ਕਰਨੀ ਪਰ ਚੜਾਏ ਸੁਤ ਦੋਈ, ਪੁਰ ਆਇਓ ਅਤ ਉਤਸਵ ਹੋਈ। ਰਾਜੇ ਨੇ ਦੋਵੇਂ ਪੁੱਤਰ ਇੱਕ ਹਥਨੀ ਦੇ ਉੱਪਰ ਬਿਠਾਏ ਨੇ, ਇੱਕੋ ਹਾਥੀ ਦੇ ਉੱਤੇ, ਹਥਨੀ ਦੇ ਉੱਤੇ ਕਰਨੀ, ਇੱਕੋ ਹੀ ਅਹੁਦੇ ਦੇ ਵਿੱਚ ਭਗਤ ਧਰੂ ਵੀ ਬੈਠਾ ਹੈ, ਉਹਦਾ ਭਰਾ ਉੱਤਮ ਵੀ ਬੈਠਾ ਹੈ। ਹਾਂਜੀ। ਭੂਪਤ ਪਠ ਨਰ ਉਚਰੇ ਬਚਨਾ, ਦਰ ਦਰ ਪ੍ਰਤ ਕੀਜੇ ਸੁਠ ਰਚਨਾ। ਅੱਜ ਰਾਜੇ ਨੇ ਪੂਰੇ ਸ਼ਹਿਰ ਵਿੱਚ ਦੀਪਮਾਲਾ ਕਰਵਾਈ ਹੈ, ਪੂਰੇ ਸ਼ਹਿਰ ਵਿੱਚ ਸੁਗੰਧੀਆਂ ਦਾ ਛਿੜਕਾਓ ਹੋਇਆ ਹੈ, ਬੜੀਆਂ ਖੁਸ਼ੀਆਂ ਕੀਤੀਆਂ ਗਈਆਂ। ਅੱਜ ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।